ਇਸ ਤਰ੍ਹਾਂ ਹੈ ਜੀ ਕੋਵਿਡ ਵਧ ਰਹੇ ਸਰ, ਇਹਨੂੰ ਲੈ ਕੇ ਕੀ ਡਾਇਰੈਕਸ਼ਨ ਸਰ? ਬਿਲਕੁਲ ਜੀ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਕਰੋਨਾ ਦੇ ਕੇਸ ਜਿਹੜੇ ਹੈਗੇ ਨੇ ਪੂਰੇ ਪੰਜਾਬ 'ਚ ਵਧ ਰਹੇ ਆ। ਅੰਮ੍ਰਿਤਸਰ ਦੇ ਵਿੱਚ ਬਾਕੀ ਨਾਲ ਦੇ ਜਿਨ੍ਹਾਂ ਦੇ ਬਨਿਸਬਤ ਜਿਹੜੀ ਰਫ਼ਤਾਰ ਸੀ ਕੇਸ ਵਧਣ ਦੀ ਉਹ ਥੋੜੀ ਘੱਟ ਸੀਗੀ, ਔਰ ਸਾਡੇ 25 ਔਰ 30 ਤੋਂ ਕੇਸ ਵਧਣੇ ਸ਼ੁਰੂ ਹੋਏ ਹੈ। ਔਰ ਕੱਲ ਸਾਡੇ ਮੈਕਸਿਮਮ ਕੇਸ ਅਸੀਂ ਵੀ ਦੇਖ ਰਹੇ ਸੀ ਵੀ ਕੇਸ ਰਫ਼ਤਾਰ ਨਾਲ ਵੱਧ ਰਹੇ ਹੈ। 178 ਕੇਸ ਸਾਡੇ ਕੱਲ ਆਏ ਹੈ। ਨੋ ਡਾਊਟ ਸਾਡੀ ਸੈਂਪਲਿੰਗ ਵੀ ਉਸੇ ਹਿਸਾਬ ਨਾਲ ਵਧੀ ਹੈ ਤੇ ਉਹਦੇ ਕਰਕੇ ਸਾਡੇ ਜਿਹੜੇ ਕੇਸ ਵਧੇ ਹੈਗੇ ਔਰ ਪੋਜ਼ਿਟਿਵਿਟੀ ਜਿਹੜੀ ਹੈ ਅਜੇ ਵਿਦਿਨ ਲਿਮਿਟ ਹੈ ਕਿ ਪੋਜ਼ਿਟਿਵਿਟੀ ਇੰਨੀ ਜ਼ਿਆਦਾ ਨਹੀਂ ਹੈ ਕੇਸਾਂ, ਬਿਕੋਜ਼ ਅਸੀਂ ਉਨੇ ਤੇਜ਼ੀ ਨਾਲ ਸੈਂਪਲ ਵੀ ਵਧਾ ਰਹੇ ਹਾਂ। ਲੇਕਿਨ ਹੁਣ ਸਟੇਜ ਇਹ ਹੈ ਕਿ ਸਾਡੇ ਪੇਸ਼ੈਂਟਸ ਆਕਸੀਜਨ ਤੇ ਆਈਸੀਯੂ ਦੇ ਪੇਸ਼ੈਂਟਸ ਦੀ ਗਿਣਤੀ ਵੱਧ ਰਹੀ ਹੈ, ਨੰਬਰ ਆਫ ਡੈਥਸ ਵੀ ਜਿਹੜੀਆਂ ਵੱਧ ਰਹੀਆਂ ਨੇ, ਕਿਉਂਕਿ ਪੀਕ ਤੇ ਸਿਚੁਏਸ਼ਨ ਉਧਰ ਵੱਲ ਨੂੰ ਜਾ ਰਹੀ ਹੈਗੀ ਹੈ। ਸੋ ਹੁਣ ਟਾਈਮ ਇਹ ਹੈ ਕਿ ਅਸੀਂ ਜਿੰਨੇ ਪ੍ਰੀਕਾਸ਼ਨਸ ਵੱਧ ਤੋਂ ਵੱਧ ਲੈ ਸਕਦੇ ਹਾਂ ਔਰ ਉਹਨਾਂ ਪ੍ਰੀਕਾਸ਼ਨਸ ਨੂੰ ਲਈਏ, ਔਰ ਲੋਕਾਂ ਦੇ ਕੰਮਕਾਜ ਦੇ ਨਾਲ ਜਿੰਨਾ ਬੈਲੈਂਸ ਬਣਾ ਕੇ ਚੱਲਿਆ ਜਾ ਸਕਦਾ ਹੈ, ਸਖਤਾਈ ਵੀ ਹੋਵੇ, ਲੋਕਾਂ ਦੇ ਕੰਮਕਾਰ ਵੀ ਚੱਲਣ, ਜ਼ਿੰਦਗੀ ਦੀ ਰਫ਼ਤਾਰ ਵੀ ਨਾ ਰੁਕੇ, ਲੇਕਿਨ ਉਹਦੇ ਨਾਲ ਨਾਲ ਜੋ ਸਾਡੀ ਰਿਸਪੌਂਸਿਬਿਲਟੀ ਹੈ ਕਿ ਜਿਹੜੀ ਇਹ ਕੋਵਿਡ ਦੀ ਬਿਮਾਰੀ ਹੈ ਕਿ ਇਹਦੇ ਨਾਲ ਸਾਡੇ ਜਿਹੜੇ ਪਰਿਵਾਰਾਂ ਦੇ ਜਾਂ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਉਹਨਾਂ ਨੂੰ ਵੀ ਬਚਾਉਣਾ ਸਾਡਾ ਫਰਜ਼ ਹੈ। ਉਹਦੇ ਤਹਿਤ ਜਿਹੜੇ ਵੀ ਲੋੜ ਅਨੁਸਾਰ ਸਖਤ ਫੈਸਲੇ ਹੈਗੇ ਆ ਉਹ ਅਸੀਂ ਲੈ ਰਹੇ ਹੈਗੇ ਆ। ਸਾਡਾ ਪਹਿਲਾ ਫੈਸਲਾ ਵੀ ਲੋਕਾਂ ਵੱਲੋਂ ਜ਼ਰੂਰ ਉਹਨੂੰ ਤਕਲੀਫ ਮਹਿਸੂਸ ਕੀਤੀ ਗਈ ਹੈ, ਪਰ ਉਹੀ ਗੱਲ ਹੈ ਕਿ ਸਾਨੂੰ ਜਿਹੜਾ ਹੈ ਇੱਕ ਬੰਨੇ ਇਸ ਬਿਮਾਰੀ ਤੋਂ ਬਚਣਾ ਹੈ ਔਰ ਦੂਜਾ ਜਿਹੜਾ ਹੈ ਅਸੀਂ ਆਪਣੇ ਕੰਮਕਾਜ ਵੀ ਚਲਾਉਣੇ ਹੈ। ਇਸ ਕਰਕੇ ਪਹਿਲਾ ਫੈਸਲਾ ਜਿਹਦੇ 'ਚ ਅਸੀਂ ਜਿਹੜੇ 72 ਘੰਟੇ ਪਹਿਲਾਂ ਟੈਸਟ ਜਾਂ ਵੈਕਸੀਨੇਸ਼ਨ ਦੀ ਗੱਲ ਕੀਤੀ ਸੀਗੀ ਉਹਨੂੰ ਅਸੀਂ ਕੀਤਾ ਹੈਗਾ ਲਾਗੂ। ਹੁਣ ਬਾਕੀ ਜ਼ਿਲ੍ਹਿਆਂ ਵਾਂਗ ਅੰਮ੍ਰਿਤਸਰ 'ਚ ਵੀ, ਕਿਉਂਕਿ ਕਈ ਥਾਵਾਂ ਤੇ ਲੇਟ ਨਾਈਟ ਪਾਰਟੀਜ਼ ਦਾ ਦੇਖਿਆ ਪ੍ਰਚਲਨ ਹੈ, ਖਾਸ ਕਰਕੇ ਯੰਗਸਟਰਸ ਦੇ ਵਿੱਚ ਲੇਟ ਨਾਈਟ ਪਾਰਟੀ ਜਿਹੜੀਆਂ ਚੱਲਦੀਆਂ ਰਹਿੰਦੀਆਂ ਔਰ ਉੱਥੇ ਕਈ ਵਾਰੀ ਜਿਹੜਾ ਹੈ ਜ਼ਿਆਦਾ ਇਕੱਠ ਹੋਣ ਕਰਕੇ ਇਨਡਿਸਿਪਲਿਨ ਵੀ ਹੈ। ਅਸੀਂ ਉਹਨਾਂ ਨੂੰ ਫੋਕਸ ਕਰਦੇ ਹੋਏ ਰਾਤ ਨੂੰ ਵੀ ਇਹ ਕਰਫਿਊ ਜਿਹੜਾ ਹੈ ਇੰਪੋਜ਼ ਕਰ ਦਿੱਤਾ ਹੈ ਤਾਂ ਕਿ ਰਾਤ ਦੀਆਂ ਐਕਟੀਵਿਟੀ ਜਿਹੜੀਆਂ ਪਾਰਟੀਜ਼ ਵਗੈਰਾ ਨੇ ਇਹਨਾਂ ਦੇ ਉੱਤੇ ਵੀ ਜਿਹੜੀ ਹੈ ਉਹ ਰੋਕ ਲੱਗੇ। ਲੇਕਿਨ ਇਹਦੇ ਨਾਲ ਨਾਲ ਰਾਤ ਨੂੰ ਜਿਹੜੇ ਟਰੈਵਲਰਸ ਹੈਗੇ ਆ, ਕੋਈ 에ਅਰਪੋਰਟ ਤੋਂ ਉਤਰ ਕੇ ਘਰਾਂ ਨੂੰ ਜਾ ਰਿਹਾ ਹੈ, ਕੋਈ ਬੱਸ ਸਟੈਂਡ ਤੋਂ ਘਰ ਨੂੰ ਜਾ ਰਿਹਾ ਹੈ, ਕੋਈ ਰੇਲਵੇ ਸਟੇਸ਼ਨ ਤੋਂ ਘਰ ਨੂੰ ਜਾ ਰਿਹਾ ਹੈ, ਕਿਸੇ ਨੇ ਰਾਤ ਨੂੰ ਆਪਣੀ ਫੈਕਟਰੀ ਦੀ ਜਿਹੜੀ ਹੈ ਲੇਬਰ ਦੀ ਸ਼ਿਫਟ ਤੇ ਜਾਣਾ ਹੈ, ਸਪੈਸੀਫਿਕਲੀ ਉਹਨਾਂ ਚੀਜ਼ਾਂ ਵਾਸਤੇ ਅੰਦਰ ਇਹਦੇ ਛੋਟ ਦਿੱਤੀ ਗਈ ਹੈ। ਕੋਈ ਮੈਡੀਕਲ ਐਮਰਜੈਂਸੀ ਹੈ, ਜ਼ਰੂਰੀ ਸੇਵਾਵਾਂ ਹੈ, ਸਵੇਰੇ ਤੜਕੇ ਜੇ ਦੁੱਧੀ ਨੇ ਦੁੱਧ ਦੇਣ ਜਾਣਾ ਹੈ ਤਾਂ ਫਲਸਫੇ ਜਿਹੜੇ ਐਸੈਂਸ਼ੀਅਲ ਕਮੋਡਿਟੀਜ਼ ਦਾ ਜਿਹੜੇ ਕੰਮ ਹੈਗੇ ਨੇ ਉਹਨਾਂ ਦੇ ਉੱਤੇ ਅਸੀਂ ਉਹਨਾਂ ਨੂੰ ਜਿਹੜਾ ਹੈ ਕਿ ਉਹ ਚੱਲਦੇ ਰਹਿਣ। ਲੇਕਿਨ 11 ਤੋਂ 5 ਜਿਹੜਾ ਹੈ ਨਾਈਟ ਕਰਫਿਊ ਦੇ ਵਿੱਚ ਬਾਕੀ ਸਾਰੀਆਂ ਚੀਜ਼ਾਂ ਦੇ ਉੱਤੇ ਰੋਕ ਲੱਗ ਜਾਏਗੀ। ਸਰ, ਪੰਜਾਬ ਦੇ ਮੁੱਖ ਮੰਤਰੀ ਨੇ 9 ਤੋਂ 5 ਦਾ ਟਾਈਮ ਦਿੱਤਾ ਹੈ ਤੇ ਅੰਮ੍ਰਿਤਸਰ ਵਿੱਚ ਟਾਈਮਿੰਗ 11 ਤੋਂ 5 ਰਹੇਗੀ। ਸਾਡੇ ਕੋਲ ਜੀ ਅਜੇ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਦੱਸ ਰਹੇ ਨੇ ਪ੍ਰੈਸ ਕਾਨਫਰੰਸ ਹੋਈ ਹੈ, ਉਹਨਾਂ ਵੱਲੋਂ ਜੇ ਕੋਈ ਐਲਾਨ ਹੈ ਸਾਡੇ ਕੋਲ ਉਹਦੇ ਬਾਰੇ ਰਿਟਨ ਜਦੋਂ ਆ ਜਾਂਦੀ ਹੈ ਕੋਈ, ਜੇ ਅੰਮ੍ਰਿਤਸਰ ਦੇ ਮੁਤਲਕਾ ਕੋਈ ਤਰਮੀਮ ਜਾਂ ਕੋਈ ਇਹੋ ਜਿਹੇ ਸਰਕਾਰ ਦੇ ਆਰਡਰਸ ਹੋਣਗੇ ਅਸੀਂ ਆਪਣੇ ਆਰਡਰਸ ਨੂੰ ਉਹਦੇ ਮੁਤਾਬਕ ਫਿਰ ਅਮੈਂਡ ਕਰਾਂਗੇ। ਹਾਲ ਦੀ ਘੜੀ ਜਿਹੜੇ ਸਾਡੇ ਆਰਡਰਸ ਇਸ ਵੇਲੇ ਲਾਗੂ ਨੇ ਉਹ 11 ਤੋਂ ਲੈ ਕੇ ਸਵੇਰੇ 5 ਵਜੇ ਤੱਕ ਨੇ। ਸਰ, ਜਿਹੜੇ ਡੋਮੈਸਟਿਕ ਫਲਾਈਟ ਤੋਂ ਬਾਹਰੋਂ ਆ ਰਹੇ ਨੇ ਉਹਨਾਂ ਲਈ ਕੋਈ ਖਾਸ ਕੁਝ ਬਣਾਇਆ ਗਿਆ ਨਵਾਂ ਰੂਲ ਕੋਈ? ਨਹੀਂ, ਉਹਨਾਂ ਲਈ ਸਾਡੇ ਪਹਿਲਾਂ ਹੀ ਰੂਲਸ ਜਿਹੜੇ ਹੈਗੇ ਨੇ ਜੀ, ਉੱਥੇ ਉਹਨਾਂ ਦੇ ਟੈਸਟਿੰਗ ਦੇ ਸੈਂਪਲਸ ਲੈ ਕੇ ਔਰ ਸੈਂਪਲਸ ਟੈਸਟ ਕਰ ਰਹੇ ਨੇ। ਖਾਸ ਕਰਕੇ ਜਿਹੜੀਆਂ ਯੂਰਪੀਅਨ ਔਰ ਇੱਧਰੋਂ ਫਲਾਈਟਸ ਆ ਰਹੀਆਂ ਹੈਗੀਆਂ ਨੇ ਉਹ ਪਹਿਲਾਂ ਹੀ ਆਲਰੇਡੀ ਐਸਓਪੀ ਹੈਗਾ ਉਹਦੇ ਤੇ ਆਲਰੇਡੀ 에ਅਰਪੋਰਟ ਦੇ ਉੱਤੇ ਕੰਮ ਜਾਰੀ ਹੈ। ਡਿਸੈਂਬਰ 11 ਵਜੇ ਤੁਸੀਂ ਕਰਫਿਊ ਇੰਪੋਜ਼ ਕੀਤਾ, ਉਸ ਤੋਂ ਪਹਿਲਾਂ ਜਿਹੜੇ ਢਾਬੇ ਨੇ ਦੁਕਾਨਾਂ ਨੇ ਉਹਨਾਂ ਦਾ ਬੰਦ ਕਰਨ ਦਾ ਸਮਾਂ ਕੀ ਹੋਵੇਗਾ ਸਰ? ਉਹ ਜੋ ਨਾਰਮਲ ਹੈ 11 ਤੋਂ ਬਾਅਦ ਚ ਨਹੀਂ ਚਲਾ ਸਕੇਗਾ ਜੀ ਕੋਈ। ਬਾਕੀ ਨਾਰਮਲੀ ਜਿਹੜਾ ਹੈ ਕਈ ਵਾਰੀ ਹੁੰਦਾ ਵੀ 11 ਤੋਂ 5 ਦਾ ਕੀ ਫਾਇਦਾ ਹੈ। ਦੇਖੋ 11 ਤੋਂ 5 ਦਾ ਜਿਹੜਾ ਹੈ ਜਿੰਨਾ ਟਾਈਮ ਅਸੀਂ ਅਰਲੀ ਕਰਦੇ ਹਾਂ ਉਹਦਾ ਡਾਇਰੈਕਟ ਇਫੈਕਟ ਤੁਹਾਡੇ ਕੰਮਾਂ-ਕਾਰਾਂ ਤੇ ਪੈਂਦਾ ਹੈ। 11 ਵਜੇ ਦਾ ਹੈ ਕਿ 11 ਵਜੇ ਤੋਂ ਬਾਅਦ ਜਿਹੜੀਆਂ ਨਾਰਮਲ ਜਿਹੜੀਆਂ ਬਿਨਾਂ ਜ਼ਰੂਰਤ ਤੋਂ ਜਿਹੜੀਆਂ ਕੋਈ ਲੇਟ ਨਾਈਟ ਪਾਰਟੀ ਚੱਲ ਰਹੀਆਂ ਉੱਥੇ ਗੈਦਰਿੰਗਸ ਵੱਡੀਆਂ ਹੋ ਰਹੀਆਂ ਨੇ ਉਹਨਾਂ ਨੂੰ ਜਿਹੜਾ ਹੈ ਆਪਾਂ ਰੋਕ ਲਾਈ ਹੈ ਔਰ ਸਟੈਪ ਬਾਈ ਸਟੈਪ ਲੋੜ ਅਨੁਸਾਰ ਜਿੰਨੀ ਸਖਤੀ ਦੀ ਜਿੱਥੇ ਲੋੜ ਹੈ ਉਨੀ ਹੀ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਵੀ ਤਕਲੀਫ ਨਾ ਮਹਿਸੂਸ ਹੋਵੇ ਔਰ ਲੋਕਾਂ ਦਾ ਜਿਹੜਾ ਰੋਜ਼ਗਾਰ ਹੈ ਕਿੱਤਾ ਹੈ ਉਹਦੇ ਤੇ ਵੀ ਅਸਰ ਨਾ ਹੋਵੇ। ਕੁਝ ਬਾਜ਼ਾਰਾਂ ਦੇ ਵਿੱਚ ਬਹੁਤ ਜ਼ਿਆਦਾ ਰਸ਼ ਹੁੰਦਾ, ਦਿਨ ਤੋਂ ਲੈ ਕੇ ਰਾਤ ਤੱਕ ਰਸ਼ ਹੁੰਦਾ, ਉਹਨਾਂ ਲਈ ਕੀ ਕਰੋਗੇ? ਕਿਸ ਤਰ੍ਹਾਂ ਉਹਨਾਂ ਨੂੰ ਦੇਖੋ ਜੀ, ਤੁਸੀਂ ਸਾਰਿਆਂ ਨੇ ਪਿਛਲੇ ਸਾਲ ਦਾ ਦੌਰ ਦੇਖਿਆ ਹੈ ਕਰੋਨਾ ਦਾ ਜੀ, ਜਿਸ ਤਰ੍ਹਾਂ ਦੇ ਹਾਲਾਤ ਹੋਣਗੇ ਉਹਦੇ ਮੁਤਾਬਕ ਫੈਸਲਾ ਲਿਆ ਜਾਏਗਾ। ਜਿੰਨੇ ਅਸੀਂ ਸੁਚੇਤ ਹੋ ਕੇ ਆਪ ਬਚ ਕੇ ਚੱਲਾਂਗੇ ਜੀ, ਬਚੇ ਰਵਾਂਗੇ, ਮਾਸਕ ਪਾ ਲਾਂਗੇ। ਜੇ ਭੀੜ 'ਚ ਵੀ ਤੁਸੀਂ ਖੜੇ ਆ, ਜੇ ਮਾਸਕ ਭੀੜ 'ਚ ਦੂਸਰੇ ਨੇ ਵੀ ਪਾਇਆ ਤੁਸੀਂ ਵੀ ਪਾਇਆ ਤੇ ਬਚਾਅ ਹੈ। ਜੇ ਅਸੀਂ ਮਾਸਕ ਤੋਂ ਬਿਨਾਂ
ਫੇਰੇ ਤੋਰੇ ਜਾਰੀ ਰੱਖੇ ਤੇ ਫਿਰ ਆਪਾਂ ਨੂੰ ਇਹਦੇ ਤੋਂ ਵੀ ਸਖਤੀ ਵਾਸਤੇ ਤਿਆਰ ਰਹਿਣਾ ਪਏਗਾ। ਅਦਰਵਾਈਜ਼ ਆਪਾਂ ਨੂੰ ਇੱਕ ਚੀਜ਼ ਸਮਝ ਲਈਏ, ਬਾਜ਼ਾਰਾਂ 'ਚ ਵੀ ਮਾਸਕ ਪਾਉਣਾ ਪਏਗਾ, ਦੁਕਾਨਦਾਰ ਨੂੰ ਆਪਣੇ ਮੂੰਹ ਤੇ ਮਾਸਕ ਰੱਖਣਾ ਪੈਣਾ ਹੈ, ਜਿਹੜਾ ਗਾਹਕ ਆ ਰਿਹਾ ਹੈ ਉਹਨੂੰ ਵੀ ਦੱਸਣਾ ਪੈਣਾ ਵੀ ਆਪਣੇ ਮੂੰਹ ਤੇ ਮਾਸਕ ਰੱਖੋ। ਜਿਹੜਾ ਔਰ ਜਿਹੜੀਆਂ ਗੈਦਰਿੰਗਸ ਹੈਗੀਆਂ ਨੇ ਅਨਪਲਾਨ ਗੈਦਰਿੰਗਸ ਦੇ ਵਿੱਚ ਕਿਸੇ ਵੇਲੇ ਪੋਸੀਬਲ ਨਹੀਂ ਹੈ, ਲੇਕਿਨ ਜੇ ਤੁਸੀਂ ਕੋਈ ਵਿਆਹ ਸ਼ਾਦੀਆਂ ਪਲਾਨ ਕਰ ਰਹੇ ਹੈ, ਪਹਿਲੀ ਗੱਲ ਹੈ ਹੀ ਉੱਥੇ ਲਿਮਿਟ ਜਿਹੜੀ ਅੰਦਰੂਨੀ 100 ਦੀ ਹੈ, ਬਾਹਰ 200 ਦੀ ਹੈ। ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਪਹਿਲਾਂ ਦੱਸੋ ਵੀ ਕੋਵਿਡ ਟੈਸਟ ਜਿੱਥੋਂ ਮਰਜ਼ੀ ਤੁਸੀਂ ਟੈਸਟ ਰੈਟ ਦਾ ਕਰ ਲੈਂਦੇ ਆ, RT-PCR ਦੀ 12 ਘੰਟੇ 'ਚ ਰਿਪੋਰਟ ਆ ਜਾਂਦੀ ਹੈ। ਜੇ ਤੁਸੀਂ ਆਪਣਾ ਸੇਫ ਹੈਗੇ ਆ ਤੇ ਜੀ ਸਭ ਕੇ ਵਿਆਹ ਦਾ ਸਮਾਗਮ ਕਰੋ, ਕੋਈ ਪ੍ਰੋਬਲਮ ਨਹੀਂ। ਸਰ ਇੱਕ ਤੁਹਾਡੇ ਵੱਲੋਂ ਆਦੇਸ਼ ਜਾਰੀ ਕੀਤੇ ਗਏ ਸੀ ਵੀ ਕਿਤੇ ਵੀ ਕਿਸੇ ਨੇ ਆਣਾ ਤੇ ਆਪਣੀ ਕੋਵਿਡ ਦੀ ਰਿਪੋਰਟ ਨਾਲ ਲੈ ਕੇ ਆਏ ਤੇ ਉਸ PRTC ਦੀ ਜਿਹੜੀ ਤੁਹਾਡੀ ਰਿਪੋਰਟ ਆ RT-PCR ਦੇਖੋ ਜੀ, ਜਿਹੜੀ ਵੀ ਰਿਪੋਰਟ ਹੈਗੀ ਹੈ, ਚਾਹੇ ਉਹ ਵੈਕਸੀਨੇਸ਼ਨ ਦੀ ਹੈ, ਕੁਛ ਇਸ ਤਰ੍ਹਾਂ ਕਾਗਜ਼ ਦੇ ਰੂਪ 'ਚ ਹਰ ਰਿਕਾਰਡ ਮਿਲਦਾ ਜੀ ਉਹਦਾ ਆਪਣੇ ਕੋਲ ਰੱਖਣ। ਜੇ ਉਹਨਾਂ ਨੂੰ ਹੈ ਕਿ ਵੀ ਅਸੀਂ ਟੈਸਟ ਕਰਾਇਆ ਹੈਗਾ ਤੇ ਆਪਣੇ ਕੋਲ ਰੱਖਣ 'ਚ ਕੀ ਹਰਜ਼ ਹੈ ਜੀ ਉਹਨਾਂ ਦਾ। ਔਰ ਅਸੀਂ ਤੇ ਆਰਗੇਨਾਈਜ਼ਰ ਨੂੰ ਪੁੱਛਣਾ ਸੀ, ਇਕੱਲੇ ਨੂੰ ਤਾਂ ਪੁੱਛਣਾ ਨਹੀਂ ਹੈ। ਜਿਹੜਾ ਹੋਸਟ ਹੈ ਉਹ ਹੀ ਸ਼ੁੱਡ ਬੀ ਰਿਸਪੌਂਸਿਬਲ ਹੈ। ਰਿਪੋਰਟ ਕਦੋਂ ਤੱਕ ਵੈਲਿਡ ਹੋਏਗੀ? ਰਿਪੋਰਟ ਚਾਹੀਦੀ ਆ। ਜੇ ਉਹ ਸੇਮ ਆਦਮੀ ਅਗਲੇ 2 ਦਿਨਾਂ ਬਾਅਦ ਫਿਰ ਉਹਨੂੰ ਫੰਕਸ਼ਨ ਆਉਂਦਾ, ਫਿਰ ਉਹ ਕੀ ਕਰੇਗਾ? ਵੈਲਿਡ ਕਿਦੋਂ ਤੱਕ ਰਹੇਗੀ ਜੀ? ਜਿਸ ਤਰ੍ਹਾਂ ਤੁਸੀਂ 72 ਘੰਟੇ ਹੁੰਦੇ ਨੇ। ਉਹਦੀ ਮੰਨ ਲਓ ਅਗਰ 2 ਦਿਨ ਬਾਅਦ ਫਿਰ ਉਹ ਫੰਕਸ਼ਨ ਕਿਤੇ ਜਾਂਦਾ ਹੁੰਦਾ, 72 ਘੰਟੇ ਫਿਰ ਦੁਬਾਰਾ ਰਿਪੋਰਟ ਕਰਨੀ ਪਏਗੀ। 72 ਘੰਟੇ ਹੁੰਦੇ ਨੇ। ਸਰ ਜਿਵੇਂ ਪੁਲਿਸ ਨੂੰ ਸਰ ਕਿਹਾ ਗਿਆ ਸੀਗਾ ਇਸ ਵੇਲੇ ਤੇ ਜੁਰਮਾਨਾ ਨਹੀਂ ਲਗਾਇਆ ਜਾ ਰਿਹਾ ਤੇ ਕਿਆ ਸਰ ਆਰਡਰ ਪਾਸ ਇਸ ਤਰ੍ਹਾਂ ਕੀਤੇ ਜਾਣਗੇ ਵੀ ਜਿਹੜੇ ਬੰਦੇ ਨਹੀਂ ਹਟ ਰਹੇ ਜਾਂ ਕੁਝ ਜਗ੍ਹਾ ਐਸੀਆਂ ਵਿੱਚ ਕੰਟੋਨਮੈਂਟ ਜ਼ੋਨ ਜਿੱਥੇ ਨਹੀਂ ਹਟਦੇ ਉੱਥੇ ਇਸ ਤਰ੍ਹਾਂ ਜੁਰਮਾਨਾ ਵੀ ਲਗਾਇਆ ਜਾਏਗਾ? ਬਿਲਕੁਲ ਜੀ, ਹਰ ਚੀਜ਼ ਦੇ ਜੁਰਮਾਨਾ ਵੀ ਔਰ ਕੋਵਿਡ ਦਾ ਮੈਂ ਅੱਗੇ ਕਿਹਾ ਜੀ ਸਖਤੀ ਆਪਣੇ ਹੀ ਲੋਕਾਂ ਤੇ ਅਸੀਂ ਬਲਕਿ ਬਿਲਕੁਲ ਮਨ ਨਹੀਂ ਹੁੰਦਾ ਕਿ ਤੁਸੀਂ ਫਾਈਨ ਜਾਂ ਪਰਚੇ ਵਾਲੀ ਇਹ ਗੱਲਾਂ ਜਿਹੜੀਆਂ ਹੁੰਦੀਆਂ ਨੇ, ਇਹਦਾ ਪਰਪਸ ਇਹ ਹੁੰਦਾ ਕਿ ਜੇ ਕੋਈ ਆਪਾਂ ਸਮਾਜ ਵਿੱਚ ਰਹਿ ਰਹੇ ਹਾਂ, ਕੋਈ ਬੰਦਾ ਚੇਤਾਵਨੀ ਹੈ, ਸਲਾਹ ਹੈ, ਇਹ ਵਾਰੀ ਚੀਜ਼ਾਂ ਕਹਿਣ ਵਾਲੀਆਂ ਹੁੰਦੀਆਂ। ਜੇ ਕੋਈ ਲੋਕ ਸਲਾਹ ਮੰਨਣ ਵਾਲੇ ਨੇ, ਸਲਾਹ ਮੰਨ ਕੇ ਉਸ ਚੀਜ਼ ਦਾ ਪਰਹੇਜ਼ ਕਰਦੇ ਨੇ। ਕੁਝ ਲੋਕ ਹੈਗੇ ਨੇ ਉਹ ਸਲਾਹ ਵੀ ਨਹੀਂ ਮੰਨ ਰਹੇ, ਗਾਈਡੈਂਸ ਵੀ ਨਹੀਂ ਮੰਨ ਰਹੇ, ਲਿਖਤੀ ਹੁਕਮਾਂ ਦੀ ਵੀ ਪਰਵਾਹ ਨਹੀਂ ਕਰ ਰਹੇ। ਫਿਰ ਇਹੋ ਜਿਹੇ ਲੋਕਾਂ ਵਾਸਤੇ ਤੇ ਤੁਹਾਡੇ ਕੋਲ ਫਾਈਨ, ਪੈਨਲਟੀ ਤੇ FIR ਵਰਗੀਆਂ ਨੌਬਤਾਂ ਬਚਦੀਆਂ ਨੇ ਤੇ ਉਹ ਜੋ ਲੋੜ ਪਏਗੀ ਤੇ ਫਿਰ ਉਹਨਾਂ ਦਾ ਵਰਕ। ਸਰ ਇੱਕ ਪਾਸੇ ਆਰਡਰ ਹੁੰਦਾ ਵੀ 72 ਘੰਟੇ ਕਿਸੇ ਫੰਕਸ਼ਨ ਜਾਣਾ, ਟੈਸਟ ਕਰਾਓ। ਜਿੰਨੇ ਵੀ ਅੰਮ੍ਰਿਤਸਰ ਦੇ ਧਾਰਮਿਕ ਸਥਾਨ ਉੱਥੇ ਇੰਨਾ ਕੁ ਜ਼ਿਆਦਾ ਰਸ਼ ਹੈ ਸਰ, ਉਹਨਾਂ ਵਾਸਤੇ ਵੀ ਕੋਈ ਦੇਖੋ ਜੀ, ਪਲਾਨਡ ਗੈਦਰਿੰਗ ਹੈ। ਅਸੀਂ ਤੇ ਸਾਰਿਆਂ ਨੂੰ ਭਾਵੇਂ ਕਿਤੇ ਧਾਰਮਿਕ ਸਥਾਨ ਤੇ ਹੈ, ਭਾਵੇਂ ਕੋਈ ਪੋਲੀਟੀਕਲ ਰੈਲੀ ਹੈ, ਸਾਰਿਆਂ ਨੂੰ ਸੁਚੇਤ ਕਰ ਰਹੇ ਹਾਂ। ਸਾਡਾ ਪਰਪਸ ਮੇਰੇ ਆਰਡਰ ਦਾ ਹੈ ਪਲਾਨਡ ਗੈਦਰਿੰਗਸ ਜਿੱਥੇ ਹੋ ਰਹੀਆਂ ਨੇ। ਜਦੋਂ ਤੁਸੀਂ ਇੱਕ ਕੋਵਿਡ ਦੇ ਸਮੇਂ ਦੇ ਦੌਰਾਨ ਕੋਈ ਸਮਾਗਮ ਰਚਣ ਦਾ ਪਲਾਨ ਬਣਾ ਰਹੇ ਹਾਂ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਇਹਨਾਂ ਪੈਂਡੈਮਿਕ ਦੇ ਹਾਲਾਤਾਂ 'ਚ ਅਸੀਂ ਇਹ ਪ੍ਰੋਗਰਾਮ ਬਣਾ ਰਹੇ ਹਾਂ ਤੇ ਫਿਰ ਉਹਨਾਂ ਦੇ ਹਿੱਤ 'ਚ ਜਿਨ੍ਹਾਂ ਨੂੰ ਬੁਲਾ ਰਹੇ ਉਹਨਾਂ ਦੇ ਹਿੱਤ 'ਚ ਇਹੀ ਚੀਜ਼ ਰਹਿ ਜਾਂਦੀ ਹੈ ਕਿ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਆਪਾਂ ਸਮਾਗਮ ਕਰੀਏ। ਅਦਰਵਾਈਜ਼ ਇਹਨਾਂ ਦਿਨਾਂ ਦੇ ਵਿੱਚ ਤੇ ਅਸੀਂ ਸਮਾਗਮ ਦਾ ਆਪਾਂ ਨੂੰ ਪਤਾ ਜੋ ਬਿਮਾਰੀ ਦਾ ਜ਼ੋਰ ਹੈ, ਹਰ ਬੰਦਾ ਵੈਸੇ ਹੀ ਪਰਹੇਜ਼ ਕਰ ਰਿਹਾ, ਲੇਕਿਨ ਜੇ ਫਿਰ ਵੀ ਜ਼ਰੂਰੀ ਹੈ ਅਸੀਂ ਉੱਤੇ ਰੋਕ ਨਹੀਂ ਲਾਈ ਜੀ। ਰੋਕ ਲਾਉਣਾ ਬੜਾ ਸੌਖਾ ਹੈ, ਅਸੀਂ ਅਲਾਓ ਕੀਤਾ ਹੈ, ਲੇਕਿਨ ਇੱਕ ਰਿਸਟ੍ਰਿਕਟਡ ਵੇ ਨਾਲ, ਇੱਕ ਡਿਸਪਲਿਨਡ ਵੇ ਦੇ ਨਾਲ। ਮੇਰੇ ਖਿਆਲ ਇਹ ਚੀਜ਼ ਫੋਲੋ ਅਪ ਨੂੰ ਸਮਝਣੀ ਚਾਹੀਦੀ ਹੈ ਕਿ ਆਪਾਂ ਪਹਿਲਾਂ ਸਖਤੀਆਂ ਵੀ ਦੇਖੀਆਂ ਜਦੋਂ ਬਿਲਕੁਲ ਹੀ ਸਭ ਕੁਝ ਬੰਦ ਹੋ ਗਿਆ। ਹੁਣ ਤੇ ਸਭ ਕੁਝ ਆਪਾਂ ਕਰ ਰਹੇ ਹਾਂ, ਲੇਕਿਨ ਇੱਕ ਰਿਸਟ੍ਰਿਕਟਡ ਵੇ ਦੇ ਨਾਲ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨੂੰ ਲਾਗੂ ਕਰੀਏ। ਅਜੇ ਸਾਹਿਬ ਇੱਕ ਨਾ ਸੈਂਪਲ ਲੈ ਕੇ ਭੇਜੇ ਜਾਂਦੇ ਨੇ ਸਰ ਦਿੱਲੀ, ਜਿਨ੍ਹਾਂ ਦੀ ਰਿਪੋਰਟ ਨਹੀਂ ਆ ਰਹੀ ਜੀ, ਉਹਨਾਂ ਦਾ ਕਹਿਣਾ ਕਿ ਪੇਮੈਂਟ ਨਹੀਂ ਹੋ ਰਹੀ। ਇਸ ਨੂੰ ਲੈ ਕੇ ਸਰ ਤੁਸੀਂ ਸਿਵਲ ਸਰਜਨ ਨੂੰ ਕੋਈ ਆਰਡਰ ਕਰੋਗੇ? ਇਹਦੇ ਵਾਸਤੇ ਇਹ ਡਿਸਟ੍ਰਿਕਟ ਲੈਵਲ ਇਸ਼ੂ ਨਹੀਂ ਹੈ, ਇਹ ਸਟੇਟ ਲੈਵਲ ਇਸ਼ੂ ਹੈ, ਕਿਉਂਕਿ ਦੂਸਰੀ ਸਟੇਟ ਦੇ ਵਿੱਚ ਸ਼ਾਇਦ ਪੁਣੇ ਹੈ, ਉੱਥੇ ਲੈਬ 'ਚ ਜਾ ਰਹੇ ਨੇ ਜੀ। ਅਸੀਂ ਆਲਰੇਡੀ ਸਿਵਲ ਸਰਜਨ ਸਾਹਿਬ ਨੂੰ, ਬਾਕੀ ਜ਼ਿਲ੍ਹਿਆਂ ਦੇ ਸੈਕਟਰੀ ਹੈਲਥ, ਉਹਨਾਂ ਦੇ ਧਿਆਨ 'ਚ ਵੀ ਹੈਲਥ ਡਿਪਾਰਟਮੈਂਟ ਆਲਰੇਡੀ ਇਸ ਇਸ਼ੂ ਤੋਂ ਵਾਕਿਫ ਹੈ ਔਰ ਉਹ ਇਹਦੇ ਬਾਰੇ ਆਪਣੇ ਲੈਵਲ ਤੇ ਟੇਕਅਪ ਕਰ ਰਹੇ ਨੇ। ਇਹ ਸਟੇਟ ਪੱਧਰ ਦਾ ਇਸ਼ੂ ਹੈ, ਜ਼ਿਲ੍ਹਾ ਪੱਧਰ ਦਾ ਇਸ਼ੂ ਹੈ ਨਹੀਂ।